So this is my 11th and last video of this chapter. In the last video I have discussed about processes of RDN technology, and same topic we will continue in this video also. Till now we have discussed the two steps. First is isolation of genetic material and second is cutting of DNA at specific location along with gel electrophoresis process. So finally we have our gene of interest. ठीक है, gel electrophoresis ਦੇ ਬਾਅਦ ਆਪਾਂ ਨੂੰ ਆਪਣਾ DNA of suitable size, suitable molecular weight ਆਪਾਂ ਉਹਨੂੰ ਰਿਸੀਵ ਕਰ ਲਾਂਗੇ. ਠੀਕ ਹੈ, so we will get the DNA of our interest. ਸੋ ਹੁਣ ਜਿਹੜਾ ਆਪਣਾ ਜੀਨ ਆਫ ਇੰਟਰਸਟ ਹੈ ਉਹਦੀ ਹੁਣ ਐਂਪਲੀਫਿਕੇਸ਼ਨ ਹੋਣੀ ਹੈ. ਦਿਸ ਇਜ਼ ਦ ਥਰਡ ਸਟੈਪ ਇਨ ਪ੍ਰੋਸੈਸ ਆਫ RDN ਟੈਕਨੋਲੋਜੀ. ਸੋ ਇਸ ਪ੍ਰੋਸੈਸ ਦੇ ਵਿੱਚ ਆਪਾਂ ਉਸ ਜੀਨ ਆਫ ਇੰਟਰਸਟ ਨੂੰ ਐਂਪਲੀਫਾਈ ਕਰਨਾ ਹੈ. ਐਂਪਲੀਫਾਈ ਕਰਨਾ ਮਤਲਬ ਉਹਦੇ ਨੰਬਰ ਨੂੰ ਮਲਟੀਪਲਾਈ ਕਰਨਾ. ਉਹਦਾ ਨੰਬਰ ਆਪਾਂ ਮਲਟੀਪਲਾਈ ਕਿੱਦਾਂ ਕਰ ਸਕਦੇ ਹਾਂ? by the use of one special technique, and that is known as PCR. ठीक है, PCR. So PCR means polymerase chain reaction. So ये एक method है. ठीक है, PCR एक टेक्निक है ਜਿਹਦੇ ਰਾਹੀਂ ਆਪਾਂ ਆਪਣੇ ਜੀਨ ਆਫ ਇੰਟਰਸਟ ਦੀਆਂ ਬਹੁਤ ਸਾਰੀਆਂ ਕਾਪੀਜ਼, ਮਲਟੀਪਲ ਕਾਪੀਜ਼ ਬਣਾਉਂਦੇ ਹਾਂ. ਸੋ ਕਿਉਂਕਿ ਇਹ ਇੱਕ ਕਹਿ ਲਓ ਕਿ ਇਹ ਇੱਕ ਟੈਕਨੀਕ ਹੈ, ਇੱਕ ਮਸ਼ੀਨ ਹੈ ਜੋ ਕਿ ਜਿਹਦੇ ਅੰਦਰ ਆ ਸਾਰਾ ਕੰਮ ਹੁੰਦਾ. ਇਸ ਕਰਕੇ ਆਪਾਂ ਇਹਨੂੰ ਇਨਵਿਟਰੋ ਕਵਾਂਗੇ. ਸੋ ਇਨਵਿਟਰੋ ਕੰਡੀਸ਼ਨਸ ਆਪਾਂ ਮੇਨਟੇਨ ਕਰਦੇ ਹਾਂ ਵਿਦਇਨ ਦ ਲੈਬ. ਇਹਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ? 2 ਸੈਟਸ ਆਫ ਪ੍ਰਾਈਮਰਸ ਯੂਜ਼ ਕਰਦੇ ਹਾਂ ਐਂਡ ਇੱਕ ਐਨਜ਼ਾਈਮ, ਸਪੈਸ਼ਲ ਐਨਜ਼ਾਈਮ ਯੂਜ਼ ਕਰਦੇ ਹਾਂ ਕਿਹੜਾ? DNA ਪੋਲੀਮਰੇਜ਼. ਸੋ ਸਭ ਤੋਂ ਪਹਿਲਾਂ ਆਪਾਂ ਕੀ ਲਿਖਾਂਗੇ ਕਿ PCR ਹੁੰਦਾ ਕੀ ਹੈ ਐਂਡ ਇਹਦਾ ਯੂਜ਼ ਕੀ ਹੈ. ठीक है, फुल फॉर्म लिखती है तो यूज़ लिखता है. यूज़ किया मल्टीपल कॉपीज़ बनवानियाँ ऑफ जीन ऑफ इंटरस्ट इन विट्रो कंडीशंस, लैब कंडीशंस ਦੇ ਵਿੱਚ. ਲੋਡ ਕੀ ਸੌਰੀ ਇਹਦੇ ਲਈ ਆਪਣੀ ਰਿਕੁਆਇਰਮੈਂਟ ਕੀ ਹੈ? ਵੀ ਨੀਡ 2 ਸੈਟਸ ਆਫ ਪ੍ਰਾਈਮਰਸ ਐਂਡ ਆਲਸੋ ਇੱਕ ਐਨਜ਼ਾਈਮ ਦੀ ਲੋੜ ਹੈ. ਕਿਹੜਾ ਐਨਜ਼ਾਈਮ ਹੈ? ਬਹੁਤ ਇੰਪੋਰਟੈਂਟ ਐਨਜ਼ਾਈਮ, ਦੈਟ ਇਜ਼ DNA ਪੋਲੀਮਰੇਜ਼. ਹੁਣ ਐਕਚੁਅਲੀ ਪ੍ਰਾਈਮਰਸ ਹੁੰਦੇ ਕੀ ਨੇ? So primers are small chemically synthesized oligonucleotides that are complementary to the regions of DNA. ठीक है, एक chemically synthesized oligonucleotides ਹੁੰਦੀਆਂ ਨੇ ਜਿਹੜੇ ਕਿ DNA ਦੇ complementary base pairing ਇਹਨਾਂ ਦੇ ਵਿੱਚ present ਹੁੰਦੀ ਹੈ. ਜੇ ਮੰਨ ਲਓ DNA ਦੇ ਸਟ੍ਰੈਂਡ ਦੇ ਵਿੱਚ A ਹੈ ਤੇ ਪ੍ਰਾਈਮਰ ਦੇ ਸਟ੍ਰੈਂਡ ਦੇ ਵਿੱਚ ਕੀ ਹੋਊਗਾ? ਉਹਦਾ ਆਪੋਜ਼ਿਟ complementary T base. ਜੇ ਇੱਥੇ G ਹੈ ਇਹਦੇ ਅਪੋਜ਼ਿਟ ਇੱਥੇ C ਹੋਗਾ. ਠੀਕ ਹੈ, ਸੋ ਕੰਪਲੀਮੈਂਟਰੀ ਬੇਸ ਪੇਅਰਿੰਗ ਪ੍ਰੈਜ਼ੈਂਟ ਹੁੰਦੀ ਹੈ ਅਗੇਂਸਟ ਦ DNA. ਸੋ ਹਾਂ, ਹੁਣ ਮੇਨ ਸਟੈਪ ਕਈ ਵਾਰ ਆ ਜਿਹੜਾ PCR ਇਕੱਲਾ ਹੀ ਪੁੱਛਿਆ ਗਿਆ ਹੈ, ਐਕਸਪਲੇਨ ਅਬਾਊਟ ਦ 3 ਮੇਨ ਸਟੈਪਸ ਆਫ PCR, ਹੈ ਨਾ. ਸੋ ਸੈਪਰੇਟ ਕੁਐਸਚਨ ਪੁੱਛਿਆ ਗਿਆ PCR ਉੱਤੇ ਮੋਸਟ ਆਫ ਦ ਟਾਈਮਸ. ਸੋ ਮੇਨ 3 ਸਟੈਪਸ ਨੇ, ਦ ਡੀਨੈਚੁਰੇਸ਼ਨ, ਐਨੀਲਿੰਗ ਐਂਡ ਐਕਸਟੈਂਸ਼ਨ. 1 ਬਾਏ 1 ਆਪਾਂ ਇਹਨਾਂ ਸਾਰਿਆਂ ਬਾਰੇ ਦੇਖਾਂਗੇ. ਠੀਕ ਹੈ, ਸੋ ਨੈਕਸਟ. ਸੋ ਡੀਨੈਚੁਰੇਸ਼ਨ ਸਭ ਤੋਂ ਫਸਟ ਸਟੈਪ ਜਿਹੜਾ ਹੈ ਹੁੰਦਾ ਕੀ ਹੈ? ਇਹਦੇ ਵਿੱਚ ਕੀ ਕਰਦੇ ਨੇ ਕਿ ਇਟ ਇਜ਼ ਦ ਪ੍ਰੋਸੈਸ ਆਫ ਹੀਟਿੰਗ ਆਫ ਟਾਰਗੇਟ DNA. ਜਿਹੜਾ ਆਪਣਾ ਟਾਰਗੇਟ DNA ਹੈ ਉਹਨੂੰ ਹੀਟ ਕਰਦੇ ਨੇ, ਬਹੁਤ ਜ਼ਿਆਦਾ ਹੀਟ ਕਰਦੇ. ਦੈਟ ਮੀਨਸ ਕਿੰਨੇ ਟੈਂਪਰੇਚਰ 'ਤੇ ਹੀਟ ਕਰਦੇ ਨੇ? ਟੈਂਪਰੇਚਰ ਮੇਨਟੇਨ ਕਰਨਾ ਬਹੁਤ ਇੰਪੋਰਟੈਂਟ ਹੈ. ਸੋ ਟੈਂਪਰੇਚਰ ਮੇਨਟੇਨ ਹੁੰਦਾ ਹੈ 94 ਡਿਗਰੀ ਸੈਲਸੀਅਸ 'ਤੇ. DNA ਸਟ੍ਰੈਂਡ ਜਿਵੇਂ ਡਬਲ ਹੈਲਿਕਸ ਸਟਰਕਚਰ ਹੈ ਉਹਨੂੰ ਹੀਟ ਕਰਦੇ ਨੇ. ਠੀਕ ਹੈ, ਸੋ ਹੀਟ ਕਰਨ ਨਾਲ ਕੀ ਹੋਊਗਾ? ਜਿਹੜੇ ਆ 2 ਸਟ੍ਰੈਂਡਸ ਨੇ ਇਹ ਆਪਸ 'ਚ ਬ੍ਰੇਕ ਹੋ ਜਾਣਗੇ. ਠੀਕ ਹੈ, ਸੋ ਦੀਜ਼ 2 ਸਟ੍ਰੈਂਡਸ ਵਿਲ ਗੈਟ ਬ੍ਰੇਕ ਆਫ. ਆਹ ਵਾਲਾ ਸੈਪਰੇਟ ਹੋ ਜਾਊਗਾ ਐਂਡ ਆਹ ਵਾਲਾ ਦੂਜਾ ਸੈਪਰੇਟ ਹੋ ਜਾਊਗਾ. ਸੋ ਵੀ ਕੈਨ ਸੀ ਇਹ ਦੋਵੇਂ ਸਟ੍ਰੈਂਡਸ, ਜਿਵੇਂ ਆਹ 2 ਸਟ੍ਰੈਂਡਸ ਨੇ ਇਹ ਆਪਸ 'ਚ ਸੈਪਰੇਟ. ਜਿਵੇਂ ਆਹ ਇੱਕ ਸਟ੍ਰੈਂਡ ਹੈ ਮੰਨ ਲਓ. ਠੀਕ ਹੈ, ਸੋ ਆਹ ਦੋਵੇਂ ਸਟ੍ਰੈਂਡਸ ਆਪਸ 'ਚ ਸੈਪਰੇਟ ਹੋ ਜਾਣਗੇ. ਇੱਕ ਸਟ੍ਰੈਂਡ ਇੱਧਰ ਚੱਲ ਜੂਗਾ, ਓਪਨ ਹੋ ਜਾਣਗੇ, ਐਂਡ ਜਿਹੜਾ ਦੂਜਾ ਸਟ੍ਰੈਂਡ ਹੈ ਉਹ ਇੱਧਰ ਹੋ ਜੂਗਾ. ਦੈਟ ਮੀਨਸ ਦੋਵੇਂ ਸਟ੍ਰੈਂਡਸ ਆਪਸ 'ਚ ਓਪਨ ਹੋ ਜਾਣਗੇ.
दोवें आपस में जॉइन नहीं रहेंगे क्योंकि हीट किया है ब्रेक इन्हां दे विच जो हाइड्रोजन बॉन्डिंग आ ये ब्रेक हो जूगी एंड दूर दूर हो जाएंगे स्ट्रैंड एक दूजे तो। सो दिस इज़ डीनैचुरेशन। ਇਹਦੇ ਨਾਲ ਕੀ ਕੀਤਾ ਜਾਂਦਾ ਹੈ DNA ਸਟ੍ਰੈਂਡਸ ਨੂੰ ਸੈਪਰੇਟ ਕਰ ਦਿੱਤਾ ਜਾਂਦਾ ਹੈ। ਨੈਕਸਟ ਸਟੈਪ ਹੈ ਐਨੀਲਿੰਗ। ਐਨੀਲਿੰਗ ਇਜ਼ ਆਵਰ ਸੈਕਿੰਡ ਸਟੈਪ ਐਂਡ ਇਨ ਦਿਸ ਪ੍ਰੋਸੈਸ the paired primers with the complementary base sequences of the two separated strand ठीक है pairing की जाती है किन्ना दी primers की pairing की जाती है। सो जेडे primers है वो ऐड किए जाते हैं तो जेड़ा DNA strand है मान लो आ DNA strand है ये उत्ते primers ऐड किए जाते हैं तो complementary base pairing जेड़ी जिहदी जिन्हों जिन्हों वो recognize करनगे bases उहदे नाल DNA दे strand नाल उहदी pairing होंदी जाऊगी ठीक है। सो जो आप आगे डायग्राम देखेंगे तो थोड़ा जा क्लीयर कट आइडिया हो जाएगा। सो फॉर नाउ यू जस्ट कीप इन योर माइंड कि डीनैचुरेशन के हीटिंग करते हैं आप ताकि डबल स्टैंडर्ड DNA स्ट्रैंड सैपरेट हो सकन। एनीलिंग के आप की ऐड करते हैं प्राइमर्स ऐड करते हैं जो कि कॉम्पलीमेंटरी बेस पेयरिंग करते हैं DNA स्ट्रैंड के नाल। नैक्सट इज़ एक्सटेंशन। सो एक्सटेंशन इज़ द अवर थर्ड स्टैप। ਇਹਦੇ ਵਿੱਚ ਆਪਾਂ ਕੀ ਐਡ ਕਰਵਾਉਂਦੇ ਇਟ ਇਜ਼ ਅ ਪ੍ਰੋਸੈਸ ਆਫ ਐਡਿੰਗ ਕੰਪਲੀਮੈਂਟਰੀ ਡੀਆਕਸੀਰਾਈਬੋਨਿਊਕਲੀਓਟਾਈਡਸ one by one to the 3' end of primer by the activity of DNA polymerase and as a result new DNA strand is synthesized। extension मतलब कि extend ਹੁੰਦਾ ਪਿਆ ਹੈ ਜਿਹੜੇ ਆਪਣੇ ਜਿਹੜੇ already primer synthesize ਨੇ ਉਹਦੇ 3' end ਦੇ ਉੱਤੇ ਡੀਆਕਸੀਰਾਈਬੋਨਿਊਕਲੀਓਟਾਈਡਸ complementary ਡੀਆਕਸੀਰਾਈਬੋਨਿਊਕਲੀਓਟਾਈਡਸ ਦੀ addition करवाई जाती है ताकि वो जो प्राइमर है वो एक्सटेंशन हो होर लंबा हो एक न्यू DNA का स्ट्रैंड क्रिएट हो ठीक है। नैक्सट अगर आ जो भी आप आ वाला प्रोसेस आ सिर्फ एक बारी करन नाल ते कुछ नहीं होगा इनू कई बार 30 साइकल्स रिपीट करना पैंदा है 30 साइकल्स तक इनू रिपीट करना पैंदा है इस प्रोसेस नू। सो आफ्टर द रेपिटिशन ऑफ दिस प्रोसेस टू मैनी टाइम्स एटलीस्ट 30 टाइम्स आप देखेंगे जी अपनी DNA सैगमेंट आ वो एम्पलीफाई हो जूगी कितनी ज़्यादा एम्पलीफाइड होगी कितनी ज़्यादा मल्टीप्लाइड होगी अप्रोक्सीमेटली बिलियन टाइम्स आपां नू DNA आपां नू मिल जूगा। इस तो इलावा ये एक होर जदों आपां एनीलिंग तो बाद एक एक एंजाइम ऐड किया जाता है किहड़ा एंजाइम थर्मोस्टेबल DNA पॉलीमरेज एंजाइम ठीक है ना। सो आ जो थर्मोस्टेबल DNA पॉलीमरेज एंजाइम है ये की करता है ये DNA की एम्पलीफिकेशन में हेल्प करता है। इनू आइसोलेट कितों किया जाता है एक बैक्टीरिया है थर्मस एक्वाटिकस उस बैक्टीरिया के विचों इस एंजाइम नू कढ़िया जाता है ठीक है ना। कई बार 1 मार्क च पूछा गया है कि आ जो थर्मोस्टेबल एंजाइम है दा नेम की है या फिर दे विल आस्क केड़ा एंजाइम आप यूज़ करते हैं इन PCR और उहदा सोर्स की है सोर्स ऑफ ऑफ DNA पॉलीमरेज की है। सो द सोर्स की है थर्मस एक्वाटिकस एक बैक्टीरिया। हुण अपना आपां नूं बिलियन टाइम्स जो अपना DNA एम्पलीफाई हो गया है। सो द एम्पलीफाइड फ्रैगमेंट कैन बी यूज टू लाइगेट विद द वैक्टर फॉर फर्दर क्लोनिंग। हुण जो अपना एम्पलीफाइड फ्रैगमेंट है उन्होंने आप अगे यूज़ करांगे क्योंकि अपने को बहुत सारे वो कॉपीज़ बन गए ने। हुण 1 by 1 आप वैक्टर दे नाल उस एम्पलीफाइड फ्रैगमेंट नू यूज़ करांगे जॉइन करांगे तो क्लोनिंग दे लई आप अगे यूज़ करांगे ठीक है। जो भी आप क्लोनिंग का काम करना है वैक्टर दे विच उहदी क्लोनिंग का काम स्टार्ट हो जाऊगा लाइगेट करके जॉइन करके उस DNA फ्रैगमेंट नू। सो दिस इज़ द PCR। सो आ देखो डबल स्टैंडर्ड DNA टू भी एम्पलीफाइड जिहदी आप एम्पलीफिकेशन करनी है जो आप हीटिंग करांगे हीटिंग करन नाल की होगा दोवें स्ट्रैंड आपस में सैपरेट हो जाएंगे। नैक्सट आप एनीलिंग करांगे एनीलिंग दे विच की होगा देख सकते हो तुसी कि प्राइमर्स ऐड किए जाते हैं। आ एक प्राइमर ऐड किया गया इत्थे आ दूजा प्राइमर ऐड किया गया है। नाल ही नाल जो आप एक्सटेंशन करांगे एक तो थर्मोस्टेबल एंजाइम ऐड होगा DNA पॉलीमरेज एंड उहदे नाल दी नाल डीऑक्सीराइबोन्यूक्लियोटाइड्स ऐड होणगियां ताकि जिहड़ी चेन आ वो एलोंगेट हो जाए ठीक है ना।
ਡਬਲ ਸਟੈਂਡਰਡ ਦੀ ਪੇਅਰਿੰਗ ਹੋ ਜੇ ਦੋਵੇਂ ਪਾਸੇ। ਇੱਥੇ ਦੇਖੋ ਸਿਰਫ ਇੱਥੇ ਤੱਕ ਸੀ ਨਾ ਚੇਨ, ਇੱਥੇ ਤੱਕ ਨਹੀਂ ਸੀਗੀ, ਸੋ ਉਹਨੂੰ ਅੱਗੇ ਤੱਕ ਇਨਕਰੀਜ਼ ਕਿੱਦਾਂ ਕਰਨਾ ਹੈ, ਇਸ ਚੇਨ ਨੂੰ ਅੱਗੇ ਤੱਕ ਇਨਕਰੀਜ਼ ਕਿੱਦਾਂ ਕਰਨਾ ਹੈ, ਬਾਏ ਯੂਜ਼ ਆਫ ਡੀਆਕਸੀਰਾਈਬੋ ਨਿਊਕਲੀਓਟਾਈਡਸ ਨੂੰ ਐਡ ਕਰਕੇ। ਸੋ ਆਪਾਂ ਨੂੰ ਫਾਈਨਲੀ ਡਬਲ ਸਟੈਂਡਰਡ DNA ਹਾਸਿਲ ਹੋ ਗਿਆ ਐਂਡ ਤੇ। ਸੋ ਦਿਸ ਇਜ਼ ਅਬਾਊਟ PCR